ਦੋਸਤੋ ਅੱਜ ਤੁਹਾਡੇ ਨਾਲ ਕਾਫੀ ਦਿਨ ਤੋਂ ਬਾਅਦ ਚਰਚਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਸਾਰੇ ਤਕਰੀਬਨ ਠੀਕ ਨਹੀਂ ਸੀਗੇ। ਲਗਭਗ 2 ਹਫ਼ਤੇ ਕਰੋਨਾ ਦੀ ਜਿਹੜੀ ਮਾਰ ਚੱਲੀ ਆ, ਪਰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਅਸੀਂ ਸਾਰਾ ਪਰਿਵਾਰ ਬਿਲਕੁਲ ਤੰਦਰੁਸਤ ਔਰ ਬਿਲਕੁਲ ਠੀਕ ਹੈ। ਮੈਂ ਆਪਣੀ ਪੋਸਟ ਜਿਹੜੀ ਕੱਲ ਪਾਈ ਸੀ ਉਹਦੇ 'ਚ ਸਾਰੀ ਡਿਟੇਲਸ ਕਿ ਕਿਸ ਤਰ੍ਹਾਂ ਵੈਸੇ ਟੈਸਟ ਸਾਰੇ ਕਰੋਨਾ ਦੇ ਨੈਗੇਟਿਵ ਆ ਰਹੇ ਸੀਗੇ, ਪਰ ਮੈਨੂੰ ਇਕੱਲੇ ਨੂੰ ਅੰਦਰ ਚੈਸਟ ਵਿੱਚ ਇਨਫੈਕਸ਼ਨ ਸੀਗੀ। ਇਸੇ ਕਰਕੇ ਮੈਂ ਵਿਧਾਨ ਸਭਾ ਦਾ ਸੈਸ਼ਨ ਵੀ 28 ਤਰੀਕ ਦਾ ਅਟੈਂਡ ਨਹੀਂ ਕੀਤਾ ਤਾਂ ਕਿ ਮੇਰੇ ਕੋਲੋਂ ਕਿਸੇ ਹੋਰ ਨੂੰ ਕੋਈ ਵਾਇਰਸ ਪਾਸ ਆਨ ਨਾ ਹੋ ਜਾਏ। ਬਲਕਿ ਮੈਂ ਆਪਣੇ ਸਾਰੇ ਪੋਲੀਟੀਕਲ ਕੁਲੀਗਸ ਨੂੰ ਕਹੂੰ, ਕੁਝ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਓਵਰ ਐਕਟਿਵ ਹਾਈਪਰ ਐਕਟਿਵ ਹੋਏ ਹੋਏ ਨੇ। ਠੀਕ ਹੈ, ਆਪੋਜੀਸ਼ਨ ਦਾ ਰੋਲ ਅਦਾ ਕਰਨਾ ਬਹੁਤ ਜ਼ਰੂਰੀ ਹੈ, ਇਸ਼ੂਜ਼ ਉਠਾਉਣੇ ਵੀ ਬਹੁਤ ਜ਼ਰੂਰੀ, ਪਰ ਇਹ ਵੀ ਨਾਲ ਧਿਆਨ ਰੱਖਣਾ ਕਿ ਤੁਸੀਂ ਇਸ ਮਹਾਮਾਰੀ ਨੂੰ ਵਾਇਰਸ ਨੂੰ ਸਪਰੈਡ ਤਾਂ ਨਹੀਂ ਕਰ ਰਹੇ। ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਜਦੋਂ ਇਹਨਾਂ ਦੀ ਮੀਟਿੰਗ ਹੋਈ ਉਦੋਂ ਤੋਂ ਬਾਅਦ ਉਹ ਪੋਜ਼ਿਟਿਵ ਪਾਏ ਗਏ ਸੀਗੇ। ਇਹਦੇ ਬਾਵਜੂਦ ਉਹਨਾਂ ਨੇ ਵਿਧਾਨ ਸਭਾ ਵਿੱਚ ਬਹੁਤ ਜਿੱਦ ਕੀਤੀ। ਕੁਝ ਸੱਜਣ ਤਾਂ ਹਾਸੋਹੀਣੇ ਜੇ ਪੀਪੀਈ ਕਿਟਸ ਪਾ ਕੇ ਵੀ ਉੱਥੇ ਪਹੁੰਚ ਗਏ ਨੰਬਰ ਬਣਾਉਣ ਵਾਸਤੇ, ਤੇ ਅਗਲੇ ਦਿਨ ਹੀ ਪੋਜ਼ਿਟਿਵ ਪਾਏ ਗਏ। ਮੇਰੀ ਸਾਰੇ ਇਸ ਤਰ੍ਹਾਂ ਦੇ ਆਪਣੇ ਕੁਲੀਗਸ ਨੂੰ ਇਹ ਬੇਨਤੀ ਆ ਕਿ ਇਸ਼ੂਜ਼ ਹਾਈਲਾਈਟ ਕਰੋ ਸੋਸ਼ਲ ਮੀਡੀਆ ਰਾਹੀਂ, ਇਲੈਕਟ੍ਰੋਨਿਕ ਮੀਡੀਆ ਰਾਹੀਂ। ਅਗਰ ਹੋ ਸਕੇ ਤਾਂ ਆਪਣੇ ਆਪ ਨੂੰ ਜਿੰਨਾ ਤੁਸੀਂ ਸੀਮਤ ਰੱਖ ਕੇ, ਤਾਂ ਕਿ ਤੁਹਾਡੇ ਕੋਲੋਂ ਕਿਸੇ ਹੋਰ ਨੂੰ ਇਹ ਗੱਲ ਨਾ ਪਹੁੰਚੇ, ਕਿਉਂਕਿ ਜਿਹੜੇ ਇਹ ਸਿੰਪਟੋਮੈਟਿਕ ਕੇਸਿਸ ਨੇ ਉਹਦੇ 'ਚ ਕਈ ਵਾਰੀ ਤੁਸੀਂ ਬਿਲਕੁਲ ਠੀਕ ਹੋ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸਿੰਪਟਮਸ ਨਹੀਂ ਹਨ, ਨਾ ਜ਼ੁਕਾਮ ਹੈ, ਨਾ ਬੁਖਾਰ ਆ, ਨਾ ਕੋਈ ਬੋਡੀ ਏਕਸ ਹੈ, ਪਰ ਤੁਸੀਂ ਪੋਜ਼ਿਟਿਵ ਹੋ ਔਰ ਤੁਸੀਂ ਕਰੋਨਾ ਵਾਇਰਸ ਨੂੰ ਸਪਰੈਡ ਕਰ ਰਹੇ ਹੋ। ਇਹ ਤਾਂ ਜਾਣਕਾਰੀ ਸਿਰਫ ਜੋ ਮੇਰੇ ਨਾਲ ਔਰ ਸਾਡੇ ਪਰਿਵਾਰ ਦੇ ਨਾਲ ਪਿਛਲੇ ਦਿਨਾਂ ਵਿੱਚ ਹੋਇਆ ਉਹਦੇ ਬਾਰੇ ਹੈ। ਵੈਸੇ ਪੰਜਾਬ ਸਰਕਾਰ ਕੋਵਿਡ ਨੂੰ ਲੜਨ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ। ਜਿਹੜਾ ਕੈਪਟਨ ਸਾਹਿਬ ਨੇ ਮਿਸ਼ਨ ਫਤਿਹ ਬਣਾਇਆ ਸੀ, ਬਹੁਤ ਫੋਟੋਆਂ ਖਿਚਾਈਆਂ ਸੀ, ਉਹ ਸਿਰਫ ਅਖਬਾਰਾਂ ਤੱਕ ਤੇ ਪੋਸਟਰਸ ਤੱਕ ਮਹਿਦੂਦ ਰਹਿ ਗਏ। ਪੰਜਾਬ ਇਸ ਵਕਤ ਸਾਰੇ ਭਾਰਤ ਚੋਂ ਤੀਜੇ ਨੰਬਰ ਤੇ ਪਹੁੰਚ ਚੁੱਕਾ। ਮਹਾਰਾਸ਼ਟਰ ਔਰ ਗੁਜਰਾਤ ਤੋਂ ਬਾਅਦ ਪੰਜਾਬ ਦੀ ਵਾਰੀ ਆ। ਦਿੱਲੀ ਨੂੰ ਵੀ ਅਸੀਂ ਮਾਤ ਪਾ ਗਏ ਆ ਔਰ 106 ਮੌਤਾਂ ਪਰਸੋਂ ਹੋਈਆਂ ਸੀਗੀਆਂ। ਲਗਭਗ ਰੋਜ਼ 50-60 ਮੌਤਾਂ ਹੋ ਰਹੀਆਂ। ਅਗਰ ਕਿਸੇ ਹੋਰ ਕਾਰਨ ਕਰਕੇ ਇੰਨੇ ਬੰਦੇ ਮਰਦੇ ਤਾਂ ਹਾਹਾਕਾਰ ਮੱਚੀ ਹੋਣੀ ਸੀ। ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਮੈਡੀਕਲ ਹੈਲਥ ਕੇਅਰ ਦਾ ਸਿਸਟਮ ਹੈ ਉਹ ਬਿਲਕੁਲ ਕੋਲੈਪਸ ਕਰ ਚੁੱਕਾ। ਲੋਕਾਂ ਨੂੰ ਭਰੋਸਾ ਹੀ ਨਹੀਂ ਗਾ ਕਿ ਅਸੀਂ ਹਸਪੀਟਲ ਜਾਈਏ ਕਿ ਨਾ ਜਾਈਏ। ਔਰ ਮੇਰੀ ਵੀ ਜ਼ਿਆਦਾ ਰਾਏ ਇਹੀ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਸੀਰੀਅਸ ਨਹੀਂ ਹੋ, ਤੁਹਾਡੇ ਰੈਸਪੀਰੇਟਰੀ ਸਿਸਟਮ ਜਾਂ ਲੰਗਸ ਵਿੱਚ ਇਨਫੈਕਸ਼ਨ ਨਹੀਂ ਗਈ, ਤਾਂ ਫਿਰ ਜਿੰਨਾ ਹੋ ਸਕੇ ਆਪਣੇ ਘਰ ਬੈਠ ਕੇ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ, ਇਹਤਿਆਤ ਰੱਖ ਸਕਦੇ ਹੋ। ਔਰ ਜੋ ਵੀ ਆਪਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਆਪਾਂ ਉਹਨਾਂ ਨੂੰ ਮੇਨਟੇਨ ਕਰੀਏ। ਮੇਰੀ ਸਾਰਿਆਂ ਨੂੰ, ਬਲਕਿ ਜਿੰਨੇ ਵੀ ਮੇਰੇ ਸਤਿਕਾਰਯੋਗ ਸੱਜਣ ਸੁਣਦੇ ਦੇਖਦੇ ਨੇ, ਜਿੰਨਾ ਬੇਲੋੜੀ ਐਕਟੀਵਿਟੀਜ਼ ਅਵੋਇਡ ਕੀਤੀਆਂ ਜਾ ਸਕਣ ਉਹ ਕੁਝ ਸਮਾਂ ਜ਼ਰੂਰ ਆਪਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ। ਵੈਸੇ ਵੀ ਪੰਜਾਬ ਬੜੇ ਨਾਜ਼ੁਕ ਦੌਰ ਚੋਂ ਗੁਜ਼ਰਿਆ। ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਆ। ਪਹਿਲਾਂ ਸ਼ਰਾਬ ਦੇ ਨਾਲ 125 ਤੋਂ ਜ਼ਿਆਦਾ ਆਦਮੀ ਮਰ ਗਿਆ। ਕੈਪਟਨ ਸਾਹਿਬ ਨੇ ਉਹਦੇ ਤੇ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਥੋੜੇ ਦਿਨ ਬਾਅਦ ਰਿਪੋਰਟ ਆਈ ਕਿ ਮਾਈਨਿੰਗ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੋ ਰਹੀ ਔਰ 7 ਕਲਸਟਰਸ ਬਣਾ ਕੇ ਬਾਹਰੋਂ ਜੰਮੂ ਕਸ਼ਮੀਰ, ਰਾਜਸਥਾਨ ਤੋਂ ਗੈਰ ਪੰਜਾਬੀਆਂ ਨੂੰ ਇੱਥੇ ਲਿਆ ਕੇ, ਜਿਹੜੇ ਇਹਨਾਂ ਦੇ ਕਰੈਕਟਰਸ ਨੇ, ਜਿਹੜੇ ਇਹਨਾਂ ਦੇ ਵਾਸਤੇ ਫੰਡ ਪੈਸਾ ਇਕੱਠਾ ਕਰਦੇ ਨੇ, ਉਹਨਾਂ ਨੇ ਬਹੁਤ ਧਾਂਦਲੀ ਮਚਾਈ ਹੋਈ ਸੀ। ਗੁੰਡਾ ਟੈਕਸ ਕੀਤਾ ਹੋਇਆ ਸੀ ਸ਼ੁਰੂ। ਹਰ 1 ਕਿਊਬਿਕ ਮੀਟਰ ਜਿਹੜਾ ਸਟੋਨ ਕ੍ਰਸ਼ਰ ਦਾ ਜੋ ਵੀ ਮਟੀਰੀਅਲ ਸੀਗਾ, ਰੇਤਾ ਬਜਰੀ ਵਗੈਰਾ, ਉਹਦੇ ਤੇ ਹਰ 1 ਕਿਊਬਿਕ ਮੀਟਰ ਤੇ 6 ਤੋਂ ਲੈ ਕੇ 7 ਰੁਪਏ ਗੁੰਡਾ ਟੈਕਸ ਲਾਉਣ ਲੱਗੇ, ਜਿਹਦੇ ਕਰਕੇ ਹਾਈ ਕੋਰਟ ਨੇ ਆਪਣੇ ਇੱਕ ਜੁਡੀਸ਼ੀਅਲ ਆਫਿਸਰ ਦੀ ਡਿਊਟੀ ਲਾਈ। ਉਹਨਾਂ ਨੇ ਆਪਣਾ ਭੇਸ ਬਦਲ ਕੇ ਰੋਪੜ ਦੇ ਵਿੱਚ ਬਹੁਤ ਸਾਰੇ ਜਗ੍ਹਾ ਤੇ ਛਾਪੇ ਮਾਰੇ ਔਰ ਪਾਇਆ ਗਿਆ ਕਿ ਇਹ ਗੁੰਡਾ ਟੈਕਸ ਸ਼ਰੇਆਮ ਪੋਲੀਟੀਕਲ ਮਾਫੀਆ ਤੇ ਰੇਤ ਮਾਫੀਆ ਇਕੱਠਾ ਹੋ ਕੇ ਇਹ ਸਾਰੀ ਕਲੈਕਸ਼ਨ ਕਰ ਰਹੇ। ਔਰ ਉਹਦੇ ਤੇ ਹਾਈ ਕੋਰਟ ਨੇ ਹੁਣ ਸੀਬੀਆਈ ਦੀ ਜਾਂਚ ਕੀਤੀ। ਬੜੀ ਸ਼ਰਮ ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਵਾਸਤੇ ਕਿ ਹਰ ਗੱਲ ਦੇ ਵਿੱਚ ਹਾਈ ਕੋਰਟ ਹੀ ਤੁਹਾਨੂੰ ਰਾਹ ਦਿਖਾ ਰਹੀ ਹੈ। ਇਹਦਾ ਮਤਲਬ ਫਿਰ ਸਟੇਟ ਦੀ ਐਡਮਿਨਿਸਟ੍ਰੇਟਿਵ ਮਸ਼ੀਨਰੀ, ਡੀਸੀ ਤੇ ਐਸਐਸਪੀ ਰੋਪੜ ਬਿਲਕੁਲ ਇੰਨੇ ਨਿਕੰਮੇ ਨਕਾਰਾ ਨੇ ਕਿ ਇੱਕ ਛੋਟੇ ਪੱਧਰ ਦੇ ਗੁੰਡਿਆਂ ਨੂੰ ਨਹੀਂ ਰੋਕ ਸਕਦੇ ਸੀਗੇ। ਔਰ ਮੈਂ ਸਮਝਦਾ ਇਸ ਲਈ ਰੋਕਦੇ ਕਿਉਂਕਿ ਹਰ ਜਗ੍ਹਾ ਦੇ ਉੱਤੇ ਤੁਹਾਡੀ ਆਪਣੀ ਸ਼ਮੂਲੀਅਤ ਲੋਕਾਂ ਨੂੰ ਨਜ਼ਰ ਆਉਣੀ ਸ਼ੁਰੂ ਹੋ ਗਈ। ਚਾਹੇ ਉਹ ਮਾਈਨਿੰਗ ਦੀ ਗੱਲ ਕਰ ਲਓ, ਚਾਹੇ ਸ਼ਰਾਬ ਦੀ ਗੱਲ ਕਰ ਲਓ। ਅੱਜ ਮੈਂ ਪੜ੍ਹ ਰਿਹਾ ਸੀ, ਈਡੀ ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਹੁਤ ਵੱਡਾ ਬਿਆਨ ਦਿੱਤਾ ਕਿ ਅਸੀਂ ਸ਼ਰਾਬ ਧਾਂਦਲੀ ਵਿੱਚ ਬਹੁਤ ਵੱਡੇ ਪੱਧਰ ਤੇ ਪਰਚੇ ਦਰਜ ਕੀਤੇ ਨੇ ਡਿਸਟਿਲਰੀਆਂ ਦੇ ਮਾਲਕਾਂ ਦੇ ਖਿਲਾਫ, ਤਾਕਤਵਰ ਕਾਂਗਰਸ ਦੇ ਐਮਐਲਏ ਦੇ ਖਿਲਾਫ। ਔਰ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕਰ ਰਹੀ, ਸਾਨੂੰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਦੇ ਰਹੀ। ਇਹ ਪੰਜਾਬ ਦੇ ਇਸ ਵਕਤ ਹਾਲਾਤ ਨੇ। ਹਾਹਾਕਾਰ ਮਚੀ ਹੋਈ ਹੈ। ਇੱਕ ਪਾਸੇ ਬਿਮਾਰੀ ਦਾ ਬਹੁਤ ਕਹਿਰ ਹੈ, ਇੱਕ ਪਾਸੇ ਲੁੱਟ ਖਸੁੱਟ ਵੀ ਉਸੇ ਸਪੀਡ ਦੇ ਨਾਲ ਚੱਲ ਰਹੀ। ਔਰ ਸਾਧੂ ਸਿੰਘ ਧਰਮਸੋਤ ਨੇ ਤਾਂ ਹੱਦ ਹੀ ਕਰ ਦਿੱਤੀ। ਇੱਕ ਮਿਨਿਸਟਰ ਦੇ ਬਾਰੇ
खुलासा ਉਹਦੇ अपनी डिपार्टमेंट ਦੇ ACS एडिशनल चीफ सैकटरी, कोई छोटा मोटा ऑफिसर नहीं गा, उसने एक रिपोर्ट बना के गवर्नमेंट ਨੂੰ भेजी चीफ सैकटरी ਨੂੰ कि किस तरह बहुत ਵੱਡੇ ਪੱਧਰ ਤੇ ਕਰੋੜਾਂ ਰੁਪਏ ਸਕਾਲਰਸ਼ਿਪ ਸਕੈਮ ਪੰਜਾਬ ਦੇ ਵਿੱਚ ਇਹ ਮਿਨਿਸਟਰ ਆਪ ਖੁਦ ਕਰ ਰਿਹਾ। ਸਾਡੇ ਬੱਚੇ ਜਿਹੜੇ ਦਲਿਤਾਂ ਦੇ ਨੇ, ਜਿਹੜੇ ਪਹਿਲਾਂ ਹੀ ਬਹੁਤ ਗਰੀਬ ਨੇ, ਵਾਂਝੇ ਨੇ ਅੱਛੀਆਂ ਸਹੂਲਤਾਂ ਤੋਂ, ਉਹ ਜਦੋਂ ਪੋਸਟ ਮੈਟ੍ਰਿਕ ਆਪਣੀ ਪੜ੍ਹਾਈ ਕਰਦੇ ਨੇ ਕਾਲਜਸ ਵਿੱਚ, ਉਹਨਾਂ ਨੂੰ ਇਹ ਸਕਾਲਰਸ਼ਿਪ ਹੀ ਬਚਾ ਕੇ ਰੱਖਦੀ ਸੀ। ਪਿਛਲੇ ਕੁਝ ਸਾਲਾਂ ਤੋਂ, ਵੈਸੇ ਤਾਂ ਅਕਾਲੀ ਦਲ ਦੀ ਟੈਨਿਓਰ ਵੀ ਵਿੱਚ ਆਉਂਦੀ ਹੈ ਤੇ ਕਾਂਗਰਸ ਦੀ ਟੈਨਿਓਰ ਵਿੱਚ ਇਹ ਸਕਾਲਰਸ਼ਿਪ ਜਿਹੜੀ ਸੀ ਇਹ ਬਿਲਕੁਲ ਬੰਦ ਕਰ ਦਿੱਤੀ ਸਕੀਮ ਆਡਿਟ ਦੇ ਨਾਮ ਤੇ। ਔਰ ਆਡਿਟ ਵਿੱਚ ਜਿਹੜਾ ACS ਨੇ ਜਿਹੜੇ ਇਲਜ਼ਾਮ ਲਾਏ ਨੇ ਮਿਨਿਸਟਰ ਤੇ, ਉਹਨੇ ਕਿਹਾ ਕਿ ਆਡਿਟ ਦੇ ਆੜ ਵਿੱਚ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਸੀਗੇ ਔਰ ਉਹਨਾਂ ਨੂੰ ਬਹੁਤ ਸਾਰੀਆਂ ਗੋਸਟ ਪੇਮੈਂਟਸ ਕੀਤੀਆਂ, ਯਾਨੀ ਕਿ ਫਰਜ਼ੀ ਪੇਮੈਂਟਾਂ ਚਲੇ ਗਈਆਂ। 63 ਕਰੋੜ ਰੁਪਏ ਦੇ ਇਲਜ਼ਾਮ ਸਾਧੂ ਸਿੰਘ ਧਰਮਸੋਤ ਤੇ ਲੱਗ ਰਹੇ ਨੇ। ਕੈਪਟਨ ਸਾਹਿਬ ਉਸ ਨੂੰ ਵੀ ਬਚਾ ਰਹੇ ਨੇ, ਪਹਿਲਾਂ ਰਾਣੀ ਗੁਰਜੀਤ ਨੂੰ ਬਚਾਉਂਦੇ ਰਹੇ, ਫਿਰ ਚੰਨੀ ਨੂੰ ਬਚਾਇਆ, ਫਿਰ ਉਹ ਅਸ਼ੂ ਮਿਨਿਸਟਰ ਲੁਧਿਆਣੇ ਦਾ CLU ਦੇ ਵਿੱਚ, ਫਿਰ ਉਸ ਨੂੰ ਬਚਾਇਆ। ਤੁਸੀਂ ਦੇਖੋ ਇਹਨਾਂ ਦੇ ਮਿਨਿਸਟਰਸ ਦੇ ਕਿੰਨੇ ਵੱਡੇ ਇਲਜ਼ਾਮ ਲੱਗ ਗਏ ਨੇ। ਔਰ ਫਿਰ ਪੈਸਟੀਸਾਈਡ ਦਾ ਸਕੈਮ ਆਇਆ, ਫਿਰ ਨਕਲੀ ਬੀਜਾਂ ਦਾ ਸਕੈਮ ਆਇਆ। ਕੀ ਪੰਜਾਬ ਸਰਕਾਰ ਅਸੀਂ ਇਸ ਲਈ ਬਣਾਈ ਆ ਕਿ ਤੁਸੀਂ ਹਰ ਚੋਰ ਨੂੰ ਬਚਾਓ, ਤੁਸੀਂ ਹਰ ਉਹ ਆਦਮੀ ਨੂੰ, ਜਿਹੜੇ ਆਦਮੀ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟ ਰਹੇ ਨੇ, ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ? ਮੇਰੀ ਇਹ ਮੰਗ ਹੈ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਕੈਬਨਿਟ ਚੋਂ ਕੱਢਿਆ ਜਾਵੇ ਔਰ ਇਹਦੀ ਜਾਂਚ ਜਿਹੜੀ ਆ ਉਹ ਇੱਕ ਸਿਟਿੰਗ ਜੱਜ ਆਫ ਦੀ ਹਾਈ ਕੋਰਟ, ਕਿਉਂਕਿ ਜਿਹੜਾ ਤੁਸੀਂ ਚੀਫ ਸੈਕਟਰੀ ਕੋਲ ਜਾਂਚ ਦੀ ਰਿਪੋਰਟ ਮੰਗੀ ਉਹ ਤਾਂ ਤੁਹਾਡੇ ਆਪਣੇ ਆਫਿਸਰ ਨੇ। ਤੁਸੀਂ ਹੁਣੇ ਹੀ ਮੈਡਮ ਵਿਨੀ ਮਹਾਜਨ ਨੂੰ 3 ਸੀਨੀਅਰ ਆਫਿਸਰ IAS ਨੂੰ ਸੁਪਰਸੀਡ ਕਰਕੇ ਉਸ ਨੂੰ ਤੁਸੀਂ ਚੀਫ ਸੈਕਟਰੀ ਬਣਾਇਆ, ਉਹ ਤਾਂ ਤੁਹਾਡਾ ਆਦੇਸ਼ ਮੰਨੇਗੀ। ਜੇ ਤੁਸੀਂ ਕਹਿ ਦਿੱਤਾ ਕਿ ਧਰਮਸੋਤ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ, ਉਹ ਕਹਿਣਗੇ ਜੀ ਹਜ਼ੂਰ ਹੈ। ਔਰ ਜਿਹੜਾ ਧਰਮਸੋਤ ਦਾ ਪਹਿਲਾਂ ਵੀ ਕਿਰਦਾਰ ਬਹੁਤ ਡਾਊਟਫੁਲ, ਬਹੁਤ ਐਰੋਗੈਂਟ, ਬਹੁਤ ਇੱਕ ਮਿਨਿਸਟਰ ਦੇ ਲੈਵਲ ਦਾ ਉਹਨਾਂ ਦਾ ਕੋਈ ਕੰਡਕਟ ਨਹੀਂ ਗਾ। ਇਸ ਲਈ ਧਰਮਸੋਤ ਨੂੰ ਤੁਰੰਤ ਅਮਰਿੰਦਰ ਸਿੰਘ ਨੂੰ ਡ੍ਰੌਪ ਕਰਨਾ ਚਾਹੀਦਾ ਕੈਬਨਿਟ ਚੋਂ ਔਰ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਦਲਿਤ ਬੱਚਿਆਂ ਨੂੰ ਜਾਂਦੀ ਸੀ, ਉਹ ਛੇਤੀ ਤੋਂ ਛੇਤੀ ਜਿਹੜੀ ਹੈਗੀ ਆ ਉਹ ਲਾਗੂ ਕੀਤੀ ਜਾਵੇ ਤਾਂ ਕਿ ਬੱਚੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਪੰਜਾਬੀ ਨਾਲ ਵੀ ਵਿਤਕਰਾ ਹੋ ਰਿਹਾ ਅਨਫੋਰਚੂਨੇਟਲੀ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੁਕਮ ਪਾਸ ਕੀਤਾ BJP ਦੀ ਸਰਕਾਰ ਨੇ, ਬਹੁਤ ਮੰਦਭਾਗਾ ਵਾ। ਪੰਜਾਬ 'ਚ ਅਸੀਂ ਅਰਸੇ ਤੋਂ ਅਕਾਲੀ ਖਾਸ ਤੌਰ ਤੇ ਅਸੀਂ ਕਹਿ ਰਹੇ ਸੀਗੇ ਕਿ ਜਿਹੜੀਆਂ ਨੇਬਰਿੰਗ ਸਟੇਟਸ ਆ ਉਹਦੇ 'ਚ ਪੰਜਾਬੀ ਨੂੰ ਸੈਕੰਡ ਲੈਂਗੁਏਜ ਸਟੇਟਸ ਮਿਲਣਾ ਚਾਹੀਦਾ। ਸੈਕੰਡ ਤਾਂ ਕੀ ਮਿਲਣਾ, ਸਾਨੂੰ ਕਿਸੇ ਗਿਣਤੀ ਵਿੱਚ ਹੀ ਨਹੀਂ ਰੱਖਿਆ ਜਾ ਰਿਹਾ। ਇਸ ਲਈ ਇਹ ਸਾਰਾ ਕੁਝ ਦਰਸਾਉਂਦਾ ਵਾ ਕਿ ਇਸ ਵਕਤ ਜਿਹੜਾ ਰਾਜਨੀਤਿਕ ਮਾਹੌਲ ਹੈ ਪੰਜਾਬ ਦਾ, ਉਹ ਬਿਲਕੁਲ ਮੈਂ ਕੀ ਕਹਿ ਸਕਾਂ ਕਿ ਨਕਾਰ ਵੱਲ ਜਾ ਰਿਹਾ ਵਾ। ਔਰ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਉਹ ਸਿਰਫ ਤੇ ਸਿਰਫ ਲੁੱਟਣ ਘਸੁੱਟਣ ਤੇ ਲੱਗੀ ਹੋਈ ਆ, ਜ਼ਿਆਦਤੀਆਂ ਕਰ ਰਹੇ ਨੇ ਔਰ ਕਰੋਨਾ ਨੂੰ ਲੜਨ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਲੋਕਾਂ 'ਚ ਬਹੁਤ, ਪਿੰਡਾਂ 'ਚ ਅਫਵਾਹਾਂ ਫੈਲ ਰਹੀਆਂ ਨੇ। ਲੋਕ ਹਸਪੀਟਲਸ ਜਾਣ ਤੋਂ ਬਹੁਤ ਘਬਰਾਉਂਦੇ, ਡਰਦੇ ਨੇ ਕਿ ਸ਼ਾਇਦ ਸਾਡੇ ਆਰਗਨਸ ਨਾ ਕੱਢ ਲੈਣ, ਸਾਡੇ ਨਾਲ ਸਾਡੀ ਉੱਥੇ ਦੇਖ ਰੇਖ ਐਡੀ ਭੈੜੀ ਆ ਕਿ ਉੱਥੇ ਸਾਡੀ ਮੌਤ ਨਾ ਹੋ ਜਾਏ। ਇਹ ਕੌਨਫੀਡੈਂਸ ਮੌਜੂਦਾ ਸਰਕਾਰ ਨੂੰ ਬਿਲਡ ਕਰਨਾ ਪਵੇਗਾ। ਔਰ ਮੈਨੂੰ ਇੱਕ ਵਾਰ ਫਿਰ ਮੈਂ ਸਾਰੇ ਆਪਣੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਕਰੋਨਾ ਦਾ ਜ਼ਰੂਰ ਧਿਆਨ ਰੱਖਣਾ ਔਰ ਜਿੰਨਾ ਵੀ ਤੁਸੀਂ ਇਹਤਿਆਤ ਰੱਖ ਸਕਦੇ ਹੋ, ਜੋ ਤੁਹਾਨੂੰ ਹਦਾਇਤਾਂ ਸਭ ਨੂੰ ਹੁਣ ਤੱਕ ਤਕਰੀਬਨ ਪਤਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ, ਉਹਨੂੰ ਕਰੋ ਤਾਂ ਕਿ ਇਹ ਹੋਰਾਂ ਨੂੰ ਸਪਰੈਡ ਨਾ ਹੋਵੇ। ਜਦੋਂ ਆਪਾਂ ਇਸ ਨੂੰ ਡਿਸਕਨੈਕਟ ਕਰਾਂਗੇ ਤਾਂ ਹੀ ਇਹ ਵਾਇਰਸ ਜਿਹੜੀ ਆਉਣ ਵਾਲੇ ਸਮੇਂ ਵਿੱਚ ਘਟੇਗੀ। ਮੈਂ ਆਪਣੇ ਮੁਤਲਕ ਇਹੀ ਗੱਲਾਂ ਕਰਨੀਆਂ ਸੀ। ਇੱਕ ਹਫ਼ਤਾ ਹੋਰ ਸਾਰਿਆਂ ਨੇ ਐਡਵਾਈਸ ਕੀਤਾ ਕਿ ਆਪਣੇ ਆਪ ਨੂੰ ਕੁਆਰੰਟਾਈਨ ਕਰਕੇ ਰੱਖਣਾ, ਘਰੋਂ ਬਾਹਰ ਨਹੀਂ ਜਾਣਾ ਤਾਂ ਕਿ ਕਿਸੇ ਹੋਰ ਨੂੰ ਇਹ ਪਾਸ ਔਨ ਨਾ ਹੋ ਜਾਏ। ਸੋ ਦੈਟਸ ਵਾਟ ਵੀ ਆਰ ਟ੍ਰਾਈਂਗ ਟੂ ਡੂ ਆਵਰ ਬੈਸਟ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਧੰਨਵਾਦ, ਥੈਂਕ ਯੂ।